बोलने दो भाई, शांत हो जाओ सारे। शांत हो जाओ खामोशी। बाबा नानक दी अपरंपार मेहर, एक दानिशमंद वजीर आजम दी इच्छा शक्ति, पठान दी जबान, उधरों ताड़ी दूजे हथ नाल वजाउंदे मोदी साहब दा इस्तकबाल ते ए मुकद्दस लांघा खुलिया। भाई आपको पूरा हाथ डाल दिया आपने। करोड़ों नानक नाम लेवा सिख जगत गुरु हर धर्म के लोग तृप्त होए, शुकराना करन आया, नजराना देन आया और ये कहन आया कि इस नवजोत सिंह सिद्धू दियां 21 पुश्तां डाकिया बना के बाबा जी ने तार दिया। ना मेरी कोई औकात, ना मेरी कोई जुस्तजू, मेरा कख भी है नहीं ਇਹਦੇ ਚ। बाबा जी दी मेहर, अरदासां कबूल। और अज तुसी देखो करोड़ां नानक नाम लेवा हर धर्म दे लोग, जगत गुरु धर्मां च नहीं वंडदे, वो कहंदे मानस की जात सब है एक है पहचान वो। 4 वर्णां नूं खुला, अव्वल अल्लाह नूर उपाया कुदरत दे सब बंदे, एक नूर ते सब जग उपजया कौन भले को बंदे। इस करके मैं वजीर आजम दा तहे दिलों धन्नवाद करदा। उन्हां पहल कीती, वो एक कदम तुरे ते दूजे पासों 2 कदम तुर के ये सारी मानवता नूं तार दिता। मैं पहला भी कहंदा सी जिहड़ा लांघे दे लई खड़ूगा वो लख दा, जिन्हें तनकीद कीती वो कख दा, ते हो गए वो कख दे। हुण मैं इस गल नूं अगे वधाउणा चाहुंदा, इस गल नूं शायर दी नजरों मैं अगे वधाउणा चाहुंदा। और वो मंग मैं पिछली बार भी रखी सी। पौनी सदी पहला, ध्यान नाल सुनना, अज दा सुनेहा इहो है। पौनी सदी पहला वेड़े विच कढ लईआं कंधां, पौनी सदी पहला वेड़े विच कढ लईआं कंधां, चलो कढ लईआं कंधां, हुण की सलाहां या मैं निंदा। चलो कढ लईआं कंधां, हुण की सलाहां या मैं निंदा, पर एक गल आखनी जरूर चाहुंदा खास, पर एक गल आखनी जरूर चाहुंदा खास, इनू आख लो दुआ मेरी या कह लो अरदास, या कह लो अरदास। ते ओ गल है, ते ओ गल है कि कंधां होण उत्ते मूरतां प्यारियां दियां होण, कंधां होण उत्ते मूरतां प्यारियां भी होण, कंधां अन्नियां ना होण, ਉਹ ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ, ਬੂਹੇ ਬਾਰੀਆਂ ਵੀ ਹੋਣ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਸਾਡਾ ਮੇਲ ਜੋਲ ਹੋਵੇ ਯਾਰੋ, ਉਹ ਸਾਡਾ ਮੇਲ ਜੋਲ ਹੋਵੇ, ਚੱਲੇ ਵਣਜ ਵਪਾਰ, ਚੱਲੇ ਵਣਜ ਵਪਾਰ। भोले सोनिहाले। ਇਹ ਜੋ ਮੈਂ ਗੱਲ ਕੀਤੀ ਹੈ, ਇਹ ਹਰੇਕ ਦਾ ਸੁਪਨਾ ਸਾਕਾਰ ਕਰਦੀ ਹੈ ਭਾਈ। ਜਦੋਂ ਵਾਜਪਾਈ ਸਾਹਿਬ ਇੱਥੇ ਪਿਆਰ ਮੁਹੱਬਤ ਦੀ ਬੱਸ ਲੈ ਕੇ ਆਏ ਸੀ ਤੇ ਦੋਵੇਂ ਪੰਜਾਬ ਪੱਬਾਂ ਭਾਰ ਹੋ ਗਏ ਸੀ, ਹੋ ਗਏ ਸੀ ਕਿ ਨਹੀਂ ਹੋ ਗਏ ਸੀ? ਸਾਰੇ ਖੁਸ਼ ਸੀ, ਸਾਰੇ ਖੁਸ਼ੀਆਂ ਮਨਾਉਂਦੇ ਸੀ। ਉਹ ਕਿਉਂ? ਕਿਉਂਕਿ ਇੱਕ ਤਾਂਗ ਹੈ। ਔਰ ਅੱਜ ਮੈਂ ਇੱਥੇ ਖੜੋ ਕੇ ਕਹਿਣਾ ਕਿ ਜਿਸ ਤਰ੍ਹਾਂ ਦੇ ਤੁਹਾਡੇ ਵਜ਼ੀਰ ਆਜ਼ਮ ਨੇ, ਜਿਸ ਤਰ੍ਹਾਂ ਦੀ ਉਹਨਾਂ ਨੇ ਦਾਨਿਸ਼ਮੰਦ ਸੋਚ ਦਿਖਾਈ ਹੈ, ਉਹ ਇਸ ਪੁਕਾਰ ਨੂੰ ਵੀ ਸੁਣਨਗੇ। ਇਹ ਜਿਹੜਾ ਸਪਿਰਿਚੁਅਲ ਰਿਲੀਜੀਅਸ ਟੂਰਿਜ਼ਮ ਹੈ, ਮੈਡੀਕਲ ਟੂਰਿਜ਼ਮ ਹੈ, ਇਹ ਦੇਸ਼ਾਂ ਦੇ ਮੁਕੱਦਰ ਬਦਲ ਸਕਦਾ ਹੈ। ਮੈਂ ਕਹਿਣਾ ਕਿ ਜਿਹੜੇ ਸਾਡੇ ਹਿੰਦੂ ਮੰਦਿਰ ਨੇ, ਜਿਹੜੇ ਆਸਥਾ ਦੇ ਪੁੰਜ ਹੈ, ਉਹ ਵੀ ਖੋਲੇ ਜਾਣ। ਉਹ ਦਾਨਿਸ਼ਮੰਦ ਹੈ,
ਉਹ ਪਰਮਾਤਮਾ ਦੀ ਮਿਹਰ ਨੂੰ ਸਮਝਦਾ, ਉਹਨੇ ਇਸ ਗੱਲ ਨੂੰ ਵੀ ਸਮਝਣਾ। ਤੇ ਮੈਂ ਤੁਹਾਨੂੰ ਕਹਿਣਾ ਕਿ ਅਗਰ ਸਾਡੀ ਤਜਾਰਤ ਖੁੱਲਦੀ ਹੈ, ਅਗਰ ਸਾਡੇ ਹੋਰ ਲਾਂਘੇ ਖੁੱਲਦੇ ਨੇ, ਔਰ ਗੁਰੂ ਦਾ ਲਾਂਘਾ ਅਸੰਖ ਸੰਭਾਵਨਾਵਾਂ ਦਾ ਲਾਂਘਾ ਹੈ। ਉਹ ਯਾਰ ਸਾਡੇ ਕਲਚਰ ਇੱਕ ਨੇ, ਸਾਡੀ ਜ਼ਬਾਨ ਇੱਕ ਹੈ, ਸਾਡੇ ਪਹਿਰਾਵੇ ਇੱਕ ਨੇ, ਮਾਂ ਬੋਲੀ ਪੰਜਾਬੀ ਇੱਕ ਹੈ, ਤੇ ਹੋਰ ਸਾਡਾ ਟੌਰ ਟੱਪਾ ਵੀ ਹੈ। ਕਿਉਂ ਦੋ ਕਰਮ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਕਿਉਂ ਠੀਕ ਹੈ ਨਾ? ਤੇ ਫਿਰ ਭਾਈ ਇਹ ਦੂਰੀਆਂ ਮਿਟਾਉਣ ਦੇ ਵਾਸਤੇ ਵਪਾਰ ਖੁੱਲੇ। ਭਾਈ ਲਾਲੋ ਨੇ ਕਿਸਾਨ ਇੱਧਰ ਵੀ ਨੇ ਤੇ ਕਿਸਾਨ ਉਧਰ ਵੀ ਨੇ। ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ 92 ਚ ਡੀਜ਼ਲ ਦੀ ਕੀਮਤ ਹਿੰਦੁਸਤਾਨ ਦੇ ਵਿੱਚ 5 ਤੋਂ 6 ਰੁਪਏ ਸੀ, ਅੱਜ 100 ਹੋ ਗਈ, 25 ਗੁਣਾ ਵੱਧ ਗਈ। ਤੇ ਉੱਥੇ ਕਣਕ ਦੀ ਕੀਮਤ ਜਿਹੜੀ ਕਿਸਾਨ ਦੀ ਹੈ ਉਹ ਸਿਰਫ 5 ਗੁਣਾ ਵਧੀ। ਕਾਸਟ ਆਫ ਪ੍ਰੋਡਕਸ਼ਨ 25 ਗੁਣਾ ਤੇ ਫਸਲ ਦੀ ਕੀਮਤ 5 ਗੁਣਾ। ਤੇ ਭਾਈ ਜੇ ਅੱਜ ਹਿੰਦੁਸਤਾਨ ਦੀ ਕਣਕ ਜੇ 25 ਸਾਲਾਂ ਦੇ ਵਿੱਚ 300 ਤੋਂ 1700 ਹੋਈ, ਤੇ ਅੱਜ ਉਹ ਕਣਕ ਇੱਥੇ ਪਾਕਿਸਤਾਨ ਦੇ 34 ਦੇਸ਼ਾਂ ਦੇ ਦਰਵਾਜ਼ੇ ਦੇ ਉੱਤੇ ਰੱਖੋ ਤੇ 1700 ਦੀ ਇੱਥੇ 3000 ਨੂੰ ਵਿਕਦੀ ਹੈ ਇੱਕ ਦਿਨ 'ਚ। ਜਿਹੜੀ 30 ਸਾਲ 'ਚ ਹੋਈ ਇੱਥੇ ਇੱਕ ਦਿਨ 'ਚ ਹੁੰਦੀ ਹੈ। ਤੇ 3200 ਦੀ ਜੀਰੀ, 3200 ਦੀ ਜਿਹੜੀ ਬਾਸਮਤੀ ਹੈ ਇੱਥੇ 7000 ਨੂੰ ਵਿਕਦੀ ਹੈ, 7000 ਨੂੰ। 5 ਰੁਪਏ ਦਾ ਮਟਰ ਇੱਥੇ ਕਦੇ 25 ਟੁੱਟਿਆ ਨਹੀਂ। 3 ਰੁਪਏ ਦਾ ਟਮਾਟਰ ਇੱਥੇ 50। ਤੇ ਇਦੋਂ ਵੱਡੀ ਕਿਹੜੀ ਮਾਰਕੀਟ ਹੈ ਭਾਈ? ਇਦੋਂ ਵੱਡੀ ਕਿਹੜੀ ਮਾਰਕੀਟ ਹੈ? ਇਦੋਂ ਵੱਡਾ ਕਿਹੜਾ ਸਾਡਾ ਸਮਰਿੱਧੀ ਦਾ ਦੁਆਰ ਹੈ? 34 ਦੇਸ਼ਾਂ ਨੂੰ ਖੁੱਲਾ ਸਿਲਕਨ ਰੂਟ। ਤੇ ਭਾਈ ਸਾਡਾ ਸਮਾਨ 2100 ਕਿਲੋਮੀਟਰ ਮੁੰਦਰਾ ਪੋਰਟ ਤੇ ਕਿਉਂ ਜਾਵੇ? 20 ਕਿਲੋਮੀਟਰ ਅੰਮ੍ਰਿਤਸਰੋਂ ਲਾਹੌਰ ਕਿਉਂ ਨਾ ਆਵੇ? ਤੇ ਜਦੋਂ ਕਰਾਚੀ ਬੰਬੇ ਖੁੱਲੇ, ਚਲੋ ਅਮੀਰਾਂ ਦਾ ਉਹ ਹੈ, ਕਰਾਚੀ ਬੰਬੇ ਖੁੱਲੇ ਅਮੀਰਾਂ ਵਾਸਤੇ, ਤੇ ਭਾਈ ਸਾਡੇ ਸਧਾਰਨ ਬੰਦਿਆਂ ਵਾਸਤੇ, ਸਿੱਧੂਆਂ ਵਾਸਤੇ, ਆਮ ਪੰਜਾਬੀ ਵਾਸਤੇ ਫਿਰ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਾ ਖੁੱਲੇ? ਕਿਉਂ ਨਾ ਖੁੱਲੇ? ਕਿਉਂ ਨਾ ਪੌਂਟਾ ਸਾਹਿਬ ਵੱਧ ਤੋਂ ਵੱਧ ਬੰਦੇ ਜਾਣ, ਦਰਸ਼ਨ ਦਿਦਾਰੇ ਕਰਨ? ਕਿਉਂ ਨਾ ਨਨਕਾਣਾ ਸਾਹਿਬ ਸਾਰਾ ਪੰਜਾਬ ਉਮੜ ਕੇ ਆਵੇ? ਕਿਉਂ ਨਾ ਟੂਰਿਜ਼ਮ ਨੂੰ ਬਾਬਾ ਚੰਨ ਤਾਰੇ ਲਾਵੇ? ਤੁਸੀਂ ਕਹਿੰਦੇ ਹੋ ਪ੍ਰਮੋਟ, ਮੈਂ ਕਹਿੰਦਾ ਚੰਨ ਤਾਰੇ ਲਾਵੇ। ਨਹੀਂ ਠੀਕ ਹੈ। ਸੋ ਇਹ ਜਿਹੜੀ ਗੱਲ ਅੱਗੇ ਵਧਾਉਣੀ ਹੈ ਨਾ, ਉਹ ਮੈਂ ਵਧਾ ਛੱਡੀ ਹੈ। ਔਰ ਮੈਂ ਕਹਿਣਾ ਤੁਹਾਨੂੰ ਕਿ ਅਗਰ ਇਹ ਹੋਇਆ ਤੇ ਦੋਵੇਂ ਪੰਜਾਬ, ਦੋਵੇਂ ਮੁਲਕ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰੱਕੀ ਕਰਨਗੇ। ਇਨਸ਼ਾਅੱਲਾ 60 ਸਾਲ ਦੀ ਤਰੱਕੀ ਕਰਨਗੇ। ਇਹ ਸਾਡੇ ਲਈ ਲੋਕਾਂ ਦੀ ਜ਼ਿੰਦਗੀ ਬਦਲਣ ਦਾ ਇੱਕ ਬਹੁਤ ਸੁਨਹਿਰਾ ਮੌਕਾ ਹੈ, ਇੱਕ ਅੱਛਾ ਇਤਿਹਾਸਿਕ ਮੌਕਾ ਹੈ। ਤੇ ਮੈਂ ਮੋਦੀ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਦਾ ਤੇ ਖਾਨ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਖੋਲੋ ਇਹ ਦਰਵਾਜ਼ੇ, ਖੋਲੋ। ਇਹ ਸਾਡੀਆਂ ਕਿਸਮਤਾਂ ਦੇ ਉੱਤੇ ਕਿਉਂ ਲਾਤੇ ਤਾਲੇ? ਖੋਲੋ ਇਹ ਦਰਵਾਜ਼ੇ। ਇਹ ਪੋਟੈਂਸ਼ੀਅਲ ਹੈ। ਵੇਖੋ 275,000 ਕਰੋੜ ਦੀ ਪੋਟੈਂਸ਼ੀਅਲ ਹੈ ਟ੍ਰੇਡ ਦੀ, 34 ਦੇਸ਼ਾਂ ਦੀ ਤੇ ਹਿੰਦ ਪਾਕ ਦੀ। 37 ਬਿਲੀਅਨ US ਡਾਲਰਸ। ਤੇ ਉਹਦੇ ਚੋਂ ਅਸੀਂ ਸਿਰਫ 2 ਤੋਂ 2.5 ਬਿਲੀਅਨ US ਡਾਲਰਸ ਨੂੰ ਇਸਤੇਮਾਲ ਕਰ ਸਕਿਆ 2019 ਤੋਂ ਪਹਿਲਾਂ। ਇਹ ਅਸੰਭਵ ਸ਼ਬਦ ਬੇਵਕੂਫਾਂ ਦੇ ਸ਼ਬਦਕੋਸ਼ 'ਚ ਹੈ। 2019 ਤੋਂ ਪਹਿਲਾਂ ਖੁੱਲਾ ਸੀ ਇਹ ਵਪਾਰ ਤੇ 25% ਵਾਧੇ ਦੇ ਥਰੂ ਹੁੰਦਾ ਸੀ। 25% ਇਹ ਵਾਧੇ ਦੇ ਥਰੂ ਹੁੰਦਾ ਸੀ। ਸਿਲਕਨ ਰੂਟ 34 ਦੇਸ਼ਾਂ ਨੂੰ ਜਾਂਦਾ। ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਕ ਬੁਖਾਰੇ ਤੱਕ ਆਉਂਦੇ ਸੀ ਤੇ ਕਹਿੰਦੇ ਸੀ ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਕ ਨਾ ਬੁਖਾਰੇ। ਬੋਲੋ, ਭੁੱਲ ਗਏ ਹੋ? ਤੁਸੀਂ ਭੁੱਲ ਗਏ ਹੋ? ਤੇ ਸਮਝੌਤਾ ਐਕਸਪ੍ਰੈਸ ਪੰਜਾਬ ਮੇਲ ਚੱਲਦੀ ਹੁੰਦੀ ਸੀ, ਦਿਲਾਂ ਨੂੰ ਜੋੜਦੀ ਹੁੰਦੀ ਸੀ। ਤੇ ਕਿਉਂ ਨਾ ਜੋੜੀਏ? ਜੋੜਨ ਵਾਲੇ ਨੂੰ ਮਾਣ,
ਤੋੜਨ ਵਾਲੇ ਨੂੰ ਅਪਮਾਨ। ਕਿਉਂ ਨਾ ਗੁਰਬਤ ਮਿਟਾਈਏ, ਕਿਉਂ ਨਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇਕਨੋਮਿਕ ਪ੍ਰੋਸਪੈਰਿਟੀ ਲਿਆਈਏ, ਕਿਉਂ ਨਾ ਇਹਨਾਂ ਦੁਸ਼ਮਣੀਆਂ ਨੂੰ ਮਿਟਾਈਏ। ਇਹ ਲਾਂਘੇ ਦਾ ਪੈਗਾਮ, ਅਸੰਖ ਸੰਭਾਵਨਾਵਾਂ ਦਾ ਪੈਗਾਮ ਮੈਂ ਅੱਗੇ ਵਧਾਉਣ ਆਇਆ। ਨਾ ਚੀਜ਼ ਸਾਫਾ ਜ਼ਮੀਨ ਦੇ ਉੱਤੇ ਲਾ ਕੇ ਤੁਹਾਡੇ 'ਚ ਹੀ ਮੈਨੂੰ ਰੱਬ ਵੇਖਦਾ। 3 ਕਰੋੜ ਪੰਜਾਬੀਆਂ ਦੇ ਵਿੱਚ ਮੈਨੂੰ ਰੱਬ ਦਾ, ਇੱਥੇ ਵਾਲਿਆਂ ਨੂੰ ਵੀ ਮੈਂ ਰੱਬ ਹੀ ਮੰਨਦਾ। ਤੇ ਇਸੇ ਕਰਕੇ ਮੈਂ ਕਹਿਣਾ ਕਿ ਆਓ ਵਲਦੇ ਜੰਗਲਾਂ ਦੇ ਉੱਤੇ ਬਰਸਾਤ ਕਰੀਏ। ਉਹ ਲਾਂਘਾ ਖੁੱਲਿਆ, ਬਾਬੇ ਦੇ ਨਾਂ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕਰੀਏ। ਬਾਬੇ ਦੇ ਨਾਂ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕਰੀਏ। ਤੇ ਮੈਂ ਇਹੀ ਅਰਦਾਸ ਕਰਦਾ ਕਿ ਮੇਰੀ ਇਹ ਅਰਦਾਸ ਕਬੂਲ ਹੋਵੇ, ਕਿਉਂਕਿ ਜਿਹੜੇ ਪਾਸਪੋਰਟ ਵਾਲੇ ਆ ਉਹਨਾਂ ਦੀ ਤਾਂ ਸ਼ਨਾਖਤ ਹੋਈ ਹੈ, ਉਹਨਾਂ ਦੀ ਤਾਂ ਐਸਐਸਪੀਆਂ ਨੇ ਸ਼ਨਾਖਤ ਕੀਤੀ ਹੈ। ਭਾਈ ਉਹਨਾਂ ਨੂੰ ਕਿਉਂ ਰੋਕਦੇ ਹੋ? ਜਦੋਂ ਯੂਰਪ ਦੇ ਵਿੱਚ ਜੰਗ ਹੋਈ, ਇਹ ਹਿਸਟਰੀ ਦੇ ਸਾਨੂੰ ਲੈਸਨ ਨੇ। ਜਦੋਂ ਯੂਰਪ ਦੇ ਵਿੱਚ ਜੰਗ ਹੋਈ ਤੇ ਇਟਲੀ, ਜਰਮਨੀ ਤਸ਼ੱਦਦ ਕਰਦੇ ਰਹੇ। ਪੋਲੈਂਡ, ਸਕੈਂਡੀਨੇਵੀਆ, ਇੰਗਲੈਂਡ, ਫਰਾਂਸ ਦੇ ਉੱਤੇ ਚੜਾਈਆਂ ਕਰਦੇ ਰਹੇ। ਕਰੋੜਾਂ ਜਾਨਾਂ ਗਈਆਂ, ਖਰਬਾਂ ਦਾ ਨੁਕਸਾਨ ਹੋਇਆ, ਬੰਬ ਸਿੱਟੇ ਗਏ। ਤੇ ਜਦੋਂ ਜੰਗ ਖਤਮ ਹੋਈ, ਵਿਨਾਸ਼ ਖਤਮ ਹੋਇਆ ਤੇ ਸੋਝੀ ਆਈ, ਉਹਨਾਂ ਕੀ ਕੀਤਾ? ਸਾਰੇ ਯੂਰਪ ਨੇ ਇੱਕ ਵੀਜ਼ੇ ਤੇ ਬਾਰਡਰ ਖੋਲ ਦਿੱਤੇ। ਤੁਸੀਂ ਪਾਸਪੋਰਟ ਵਿਖਾਓ, ਇੰਗਲੈਂਡ ਤੋਂ ਫਰਾਂਸ, ਫਰਾਂਸ ਤੋਂ ਆਸਟਰੀਆ, ਆਸਟਰੀਆ ਤੋਂ ਪੋਲੈਂਡ, ਜਿੱਧਰ ਮਰਜ਼ੀ ਜਾਓ। ਬਰਕਤ ਆਈ, ਇੱਕ ਕਰੰਸੀ ਬਣਾਈ ਯੂਰੋ। ਅੱਜ ਉਹ ਤਗੜੀ ਜ਼ਬਰਦਸਤ ਕਰੰਸੀ। ਤੇ ਭਾਈ ਉਹ ਏਸ਼ੀਆ ਤੋਂ ਸਾਡੇ ਤੇ ਭਗਤ ਸਿੰਘ ਸਾਂਝੇ, ਮਹਾਰਾਜਾ ਰਣਜੀਤ ਸਿੰਘ ਸਾਂਝੇ, ਤੇ ਭਾਈ ਕੱਚ ਪਨਿਨਸੂਲਾ ਤੋਂ ਲੈ ਕੇ ਬੰਗਲਾਦੇਸ਼ ਤੱਕ ਸਿਲਕਨ ਰੂਟ, 34 ਦੇਸ਼ਾਂ ਦਾ ਵਪਾਰ। ਉਹ ਸਾਡੀ ਗੋਭੀ, ਇੱਕ ਮਿੰਟ, ਸਾਡੀ ਗੋਭੀ, ਇੱਕ ਮਿੰਟ ਯਾਰ, ਸਾਡੀ ਗੋਭੀ, ਸਾਡੀਆਂ ਸਬਜ਼ੀਆਂ ਉਧਰ ਕਿਉਂ ਜਾਣ? ਉਹ ਬਰਸਲ ਸਪਰਾਊਟ ਕਿਉਂ ਖਾਣ? ਇਸ ਕਰਕੇ ਮੈਂ ਸ਼ਾਂਤੀ ਦਾ ਮਾਹੌਲ ਚਾਹੁੰਦਾ, ਅਮਨ ਅਮਾਨ ਚਾਹੁੰਦਾ, ਆਪਸੀ ਭਾਈਚਾਰਾ ਚਾਹੁੰਦਾ। ਔਰ ਮੈਂ ਤੁਹਾਡੇ ਰਾਹੀਂ ਇਹ ਸੰਦੇਸ਼ ਬਾਬੇ ਨਾਨਕ ਦੇ ਫਲਸਫੇ ਦਾ ਪਹੁੰਚਾਉਣਾ ਮੇਰੀ ਕੋਈ ਔਕਾਤ ਨਹੀਂ, ਮੇਰੀ ਬੰਦਗੀ ਹੀ ਮੇਰੀ ਤਾਕਤ ਹੈ। ਔਰ ਮੈਂ ਆਸ ਕਰਦਾ ਕਿ ਤੁਹਾਡੇ ਰਾਹੀਂ ਇਹ ਬੂਹੇ ਬਾਰੀਆਂ ਖੁੱਲਣਗੇ ਤੇ ਬੂਹੇ ਬਾਰੀਆਂ ਚੋਂ ਤੇ ਪਿਆਰ ਤੇ ਦੋਸਤੀ ਲੰਘ ਕੇ ਆਵੇਗੀ। ਸਾਡੇ ਮੇਲ ਜੋਲ ਵਧਣਗੇ, ਸਾਡੇ ਮੇਲ ਜੋਲ ਹੋਰ ਜ਼ਿਆਦਾ ਵਧਣਗੇ ਤੇ ਚੱਲੇਗਾ ਤੇ ਦੌੜੇਗਾ ਵਣਜ ਵਪਾਰ। ਧੰਨਵਾਦ।